ਮੇਰੀ ਇੱਕ ਸਹੇਲੀ ਅਮੀਰ ਘਰ ਦੀ ਕੁੜੀ ਸੀ। ਉਹ ਮੇਰੇ ਲਈ ਰੋਜ਼ ਆਪਣੇ ਘਰ ਤੋਂ ਫਰੈਸ਼ ਜੂਸ ਲੈ ਕੇ ਆਉਂਦੀ ਸੀ। ਮੈਨੂੰ ਕਹਿੰਦੀ ਸੀ ਕਿ ਤੇਰੀ ਸਿਹਤ ਦੀ ਮੈਨੂੰ ਬਹੁਤ ਚਿੰਤਾ ਹੈ, ਤੂੰ ਇਹ ਜੂਸ ਪੀਆ ਕਰ, ਬਹੁਤ ਹੈਲਦੀ ਹੈ। ਹਾਲਾਂਕਿ ਖੁਦ ਆਪਣੇ ਲਈ ਕੋਲਡ ਡਰਿੰਕ ਲੈ ਕੇ ਆਉਂਦੀ ਸੀ। ਰੋਜ਼ ਕਾਲਜ ਤੋਂ ਬਾਅਦ ਮੈਂ ਉਸਦੇ ਘਰ ਜਾਂਦੀ ਸੀ ਕਿ ਇੱਕ ਦਿਨ ਅਚਾਨਕ ਉਹ ਆਪਣੇ ਲਈ ਵੀ ਸੇਮ ਉਵੇਂ ਦਾ ਹੀ ਜੂਸ ਲੈ ਆਈ। ਤਾਂ ਮੈਂ ਸ਼ਰਾਰਤ ਕਰਦੇ ਹੋਏ ਦੋਨਾਂ ਜੂਸ ਦੀਆਂ ਬੋਤਲਾਂ ਬਦਲ ਦਿੱਤੀਆਂ। ਪਰ ਮੇਰੀ ਸਹੇਲੀ ਉਹ ਜੂਸ ਪੀਂਦੇ ਹੀ ਦੋਸਤੋ, ਅਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਦੋਸਤ ਬਣਾਉਂਦੇ ਹਾਂ। ਕੁਝ ਦੋਸਤ ਜੋ ਹੁੰਦੇ ਨੇ ਉਹੀ ਨਜ਼ਰ ਆਉਂਦੇ ਨੇ, ਪਰ ਕੁਝ ਦੋਸਤ ਆਸਤੀਹੀਨ ਅਤੇ ਸੱਪ ਹੁੰਦੇ ਨੇ, ਜਿਨ੍ਹਾਂ ਦਾ ਸਾਨੂੰ ਸਮਾਂ ਨਿਕਲਣ ਤੋਂ ਬਾਅਦ ਹੀ ਪਤਾ ਚੱਲਦਾ। ਉਹ ਸਿਵਾਏ ਪਛਤਾਵੇ ਤੇ ਸਾਡੇ ਹੱਥ ਕੁਝ ਨਹੀਂ ਹੁੰਦਾ। ਕੁਝ ਐਵੇਂ ਦੀ ਹੀ ਕਹਾਣੀ ਮੇਰੀ ਵੀ ਹੈ। ਮੇਰਾ ਨਾਮ ਸੁਪਨਾ ਹੈ। ਅਸੀਂ 4 ਭੈਣ ਭਰਾ ਸੀ। ਮੇਰੇ ਪਾਪਾ ਇੱਕ ਸਕੂਲ ਟੀਚਰ ਸੀ। ਇੱਕ ਦਿਨ ਪਾਪਾ ਨੂੰ ਹਾਰਟ ਅਟੈਕ ਆ ਗਿਆ, ਜਿਸ ਦੀ ਵਜ੍ਹਾ ਨਾਲ ਉਹਨਾਂ ਦੀ ਮੌਤ ਹੋ ਗਈ। ਵਾਪਸ ਆਇਆ ਔਲਾਦ ਦੇ ਲਈ ਇੱਕ ਮਜ਼ਬੂਤ ਦੀਵਾਰ ਦੀ ਤਰ੍ਹਾਂ ਹੁੰਦਾ ਹੈ, ਜੋ ਸਾਨੂੰ ਜ਼ਮਾਨੇ ਦੇ ਹਰ ਦੁੱਖ ਸੁੱਖ ਤੋਂ ਬਚਾਉਂਦਾ ਹੈ, ਜਿਵੇਂ ਕਿਸੇ ਗਰਮ ਹਵਾ ਨੂੰ ਨੇੜੇ ਲੱਗਣ ਵੀ ਨਹੀਂ ਦਿੰਦਾ। ਜਦ ਮੇਰੇ ਪਿਤਾ ਦੀ ਮੌਤ ਹੋਈ, ਉਦੋਂ ਮੇਰੀ ਉਮਰ 10 ਸਾਲ ਦੀ ਸੀ। ਮੇਰੇ ਭਾਈ ਮੇਰੇ ਤੋਂ ਛੋਟੇ ਸੀ। ਇੱਕ ਵੱਡੀ ਭੈਣ ਸੀ ਜੋ ਉਸ ਸਮੇਂ 10ਵੀਂ ਕਲਾਸ ਵਿੱਚ ਸੀ। ਮੇਰੀ ਮਾਂ ਸਿਲਾਈ ਕਰਦੀ ਸੀ, ਪਰ ਹੁਣ ਉਹਨਾਂ ਦੀ ਕੰਮ ਵਿੱਚ ਤੇਜ਼ੀ ਹੋਰ ਜ਼ਿਆਦਾ ਆ ਗਈ ਸੀ। ਉਹ ਦਿਨ ਰਾਤ ਬਸ ਸਿਲਾਈ ਮਸ਼ੀਨ ਉੱਤੇ ਬੈਠੀ ਰਹਿੰਦੀ ਸੀ। ਸਮੇਂ ਤੋਂ ਪਹਿਲਾਂ ਹੀ ਉਹਨਾਂ ਦੇ ਚਿਹਰੇ 'ਤੇ ਝੁਰੜੀਆਂ ਪੈਣ ਲੱਗੀਆਂ ਸੀ। ਪਾਪਾ ਦੀ ਪੈਨਸ਼ਨ ਦੀ ਮਾਂ ਦੀ ਸਿਲਾਈ ਦੇ ਨਾਲ ਘਰ ਚੱਲਦਾ ਸੀ। ਸਾਡੀ ਪੜ੍ਹਾਈ ਉੱਤੇ ਮਾਂ ਦਾ ਬਹੁਤ ਧਿਆਨ ਸੀ। ਉਹ ਹਰ ਸਮੇਂ ਚਿੰਤਾ ਵਿੱਚ ਡੁੱਬੀ ਰਹਿੰਦੀ ਸੀ। ਸਾਡਾ ਛੋਟਾ ਜਿਹਾ 2 ਕਮਰਿਆਂ ਦਾ ਘਰ ਸੀ, ਜਿਸ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਸੀ। ਜਦੋਂ ਬਾਰਿਸ਼ ਦਾ ਮੌਸਮ ਆਉਂਦਾ ਤਾਂ ਛੱਤ ਤੋਂ ਪਾਣੀ ਟਪਕਣ ਲੱਗ ਜਾਂਦਾ ਸੀ। ਸਾਰੀ ਰਾਤ ਅਸੀਂ ਸੌਂਦੇ ਜਾਗਦੇ ਗੁਜ਼ਾਰ ਦਿੰਦੇ ਸੀ। ਅਸੀਂ ਸਾਰੇ ਭੈਣ ਭਾਈ ਦਿਲ ਲਾ ਕੇ ਪੜ੍ਹਾਈ ਕਰ ਰਹੇ ਸੀ। ਮਾਂ ਸਾਡੇ ਭੈਣ ਭਰਾਵਾਂ ਨੂੰ ਬਿਠਾ ਕੇ ਸਮਝਾਉਂਦੀ ਕਿ ਜ਼ਮਾਨਾ ਬਹੁਤ ਖਰਾਬ ਹੈ, ਖੁਦ ਨੂੰ ਬਚਾ ਕੇ ਰੱਖਣਾ। ਅੱਜ ਪੜ੍ਹਨ ਲਈ ਚਾਹੋਗੇ ਤਾਂ ਕੱਲ੍ਹ ਨੂੰ ਇਹ ਤੁਹਾਡੇ ਹੀ ਕੰਮ ਆਵੇਗਾ, ਨਹੀਂ ਤਾਂ ਧੱਕੇ ਖਾਂਦੇ ਫਿਰੋਗੇ। ਤੁਹਾਡੇ ਬਾਪ ਦੀ ਜ਼ਮੀਨ ਜੋ ਬਚੀ ਹੈ, ਉਸ ਉੱਤੇ ਵੀ ਤੇਰੇ ਤਾਇਆ ਤੇ ਤੇਰੀ ਭੂਆ ਨੇ ਕਬਜ਼ਾ ਕਰ ਰੱਖਿਆ ਹੈ। ਸਾਡੇ ਕੋਲ ਬਸ ਇਹੀ ਛੋਟਾ ਜਿਹਾ ਮਕਾਨ ਹੈ। ਆਪਣੀ ਇੱਛਾ ਨੂੰ ਲਗਾਮ ਪਾ ਕੇ ਰੱਖਣਾ ਤਾਂ ਜੋ ਕਦੇ ਕਿਸੇ ਦੇ ਅੱਗੇ ਹੱਥ ਨਾ ਫੈਲਾਉਣੇ ਪਵੇ। ਉਦੋਂ ਸਾਨੂੰ ਆਪਣੀ ਮਾਂ ਦੀਆਂ ਸਭ ਗੱਲਾਂ ਸਮਝ ਨਹੀਂ ਆਇਆ ਕਰਦੀਆਂ ਸੀ। ਮਾਂ ਸਾਨੂੰ ਕਹਾਣੀਆਂ ਸੁਣਾਉਂਦੀ, ਜਿਸ ਨੂੰ ਸੁਣ ਕੇ ਅਸੀਂ ਖੂਬ ਹੱਸਦੇ। ਮਾਂ ਹਰ ਮੁਮਕਿਨ ਕੋਸ਼ਿਸ਼ ਕਰਦੀ ਸੀ ਕਿ ਉਹਨਾਂ ਦੇ ਬੱਚੇ ਖੁਸ਼ ਰਹਿਣ, ਆਪਣੇ ਬਾਪ ਦੀ ਕਮੀ ਨੂੰ ਮਹਿਸੂਸ ਨਾ ਕਰਨ। ਪਰ ਮੈਂ ਕਦੇ ਵੀ ਆਪਣੀ ਮਾਂ ਦੇ ਚਿਹਰੇ ਉੱਤੇ ਮੁਸਕਾਨ ਨਹੀਂ ਦੇਖੀ ਸੀ। ਕੋਈ ਵਿਆਹ ਹੁੰਦਾ ਸੀ, ਪਾਰਟੀ ਹੁੰਦੀ ਤਾਂ ਮਾਂ ਹਮੇਸ਼ਾ ਸਾਦੇ ਕੱਪੜਿਆਂ ਵਿੱਚ ਹੀ ਰਹਿੰਦੀ ਸੀ। ਉਹਦੇ ਚਿਹਰੇ ਉੱਤੇ ਇੱਕ ਉਦਾਸੀ ਜਿਹੀ ਛਾਈ ਰਹਿੰਦੀ ਸੀ। ਸਾਡੇ ਮਾਮਲੇ ਵਿੱਚ ਵੀ ਬਹੁਤ ਜ਼ਿਆਦਾ ਸਖਤੀ ਹੋ ਚੁੱਕੀ ਸੀ। ਦੀਦੀ ਨੇ ਅੱਗੇ ਪੜ੍ਹਨਾ ਛੱਡ ਦਿੱਤਾ ਸੀ ਅਤੇ ਮਾਂ ਨੇ ਵੀ ਕਿਹਾ ਨਹੀਂ ਪੜ੍ਹਨਾ ਤਾਂ ਵਿਆਹ ਕਰੋ ਅਤੇ ਆਪਣੇ ਘਰ ਦੀ ਹੋ ਜਾਓ। ਫਿਰ ਦੀਦੀ ਨੇ ਮਾਂ ਦੀ ਇਹ ਧਮਕੀ ਸੁਣ ਕੇ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ। ਮੈਂ ਆਪਣੇ ਘਰ ਦੀ ਸਭ ਤੋਂ ਹੋਣਹਾਰ ਕੁੜੀ ਸੀ। ਮੇਰੀ ਮਿਸਾਲ ਸਾਡੇ ਮੁਹੱਲੇ ਵਾਲੇ ਵੀ ਦਿੰਦੇ ਸੀ। ਜਦੋਂ ਲੜਕੀ ਦਾ ਰਿਜ਼ਲਟ ਆਇਆ ਤਾਂ ਉਸ ਨੂੰ ਦੇਖ ਕੇ 10ਵੀਂ ਦਾ ਰਿਜ਼ਲਟ ਆਇਆ ਤਾਂ ਉਸ ਨੂੰ ਦੇਖ ਕੇ ਮੇਰੀ ਮਾਂ ਬਹੁਤ ਖੁਸ਼ ਸੀ, ਕਿਉਂਕਿ ਮੈਂ ਬਹੁਤ ਹੀ ਚੰਗੇ ਨੰਬਰਾਂ ਨਾਲ ਪਾਸ ਸੀ। ਹੁਣ ਮੈਂ ਅਤੇ ਦੀਦੀ ਮਿਲ ਕੇ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਲੱਗੀਆਂ। ਛੋਟੇ ਭਰਾਵਾਂ ਨੂੰ ਵੀ ਪੜ੍ਹਾਉਂਦੀਆਂ ਸੀ। ਮਾਂ ਦਾ ਬੋਝ ਕਾਫੀ ਹੱਦ ਤੱਕ ਘੱਟ ਹੋ ਗਿਆ ਸੀ। ਮਾਂ ਨੇ ਇੱਕ ਚੰਗੇ ਕਾਲਜ ਵਿੱਚ ਮੇਰਾ ਐਡਮਿਸ਼ਨ ਕਰਵਾ ਦਿੱਤਾ। ਮੈਂ ਚੁੱਪਚਾਪ ਰਹਿਣ ਵਾਲੀ ਕੁੜੀ ਸੀ। ਕਿਸੇ ਨਾਲ ਚਾਹੁੰਦੀ ਹੀ ਦੋਸਤੀ ਕਰਨਾ ਮੇਰੀ ਆਦਤ ਵਿੱਚ ਸ਼ਾਮਲ ਨਹੀਂ ਸੀ। ਮੈਂ ਸ਼ਾਇਦ ਇਸੇ ਵਿਸ਼ੇ ਨਾਲ ਪੜ੍ਹਾਈ ਕਰ ਰਹੀ ਸੀ। ਮੈਂ ਆਪਣੀ ਕਲਾਸ ਦੀ ਸਭ ਤੋਂ ਹੋਣਹਾਰ ਸਟੂਡੈਂਟ ਸੀ। ਜਦੋਂ ਮੇਰੀ ਦੋਸਤੀ ਸਿਮਰਨ ਨਾਲ ਹੋਈ ਸੀ, ਉਹ ਬਹੁਤ ਹੀ ਅਮੀਰ ਘਰਾਣੇ ਦੀ ਕੁੜੀ ਸੀ। ਉਸ ਦਾ ਰਹਿਣ ਸਹਿਣ ਸਾਡੇ ਸਾਰੇ ਲੋਕਾਂ ਤੋਂ ਬਹੁਤ ਅਲੱਗ ਸੀ। ਉਸ ਨੂੰ ਪੜ੍ਹਾਈ ਵਿੱਚ ਮਦਦ ਚਾਹੀਦੀ ਹੁੰਦੀ ਤਾਂ ਜਾਂ ਕਦੇ ਕੋਈ ਕੰਮ ਹੁੰਦਾ ਉਸ ਦੀ ਮਦਦ ਕਰ ਦਿੰਦੀ, ਜਿਸ ਨਾਲ ਕਿ ਹੌਲੀ ਹੌਲੀ ਸਾਡੀ ਦੋਸਤੀ ਹੁੰਦੀ ਗਈ। ਉਹ ਮੇਰੇ ਲਈ ਆਏ ਦਿਨ ਕੁਝ ਨਾ ਕੁਝ ਲੈ ਕੇ ਆਉਂਦੀ ਸੀ, ਜਿਸ ਨੂੰ ਮੈਂ ਲੈਣ ਤੋਂ ਮਨਾ ਕਰ ਦਿੰਦੀ ਸੀ। ਅਤੇ ਮੈਂ ਉਸ ਨੂੰ ਦੱਸਦੀ ਸੀ ਕਿ ਮੇਰੀ ਮੰਮੀ ਬਹੁਤ ਹੀ ਸਖਤ ਹੈ, ਉਹ ਮੇਰੀ ਉਮਰ ਦਾ ਵੀ ਲਿਹਾਜ਼ ਨਹੀਂ ਕਰੇਗੀ, ਮੈਨੂੰ ਬਿਨਾਂ ਮਾਰੇ ਵੀ ਨਹੀਂ ਛੱਡੇਗੀ। ਉਸ ਨੇ ਕਿਹਾ ਕਿ ਪਾਗਲ, ਹੁਣ ਹਰ ਗੱਲ ਮਾਂ ਬਾਪ ਨੂੰ ਥੋੜ੍ਹੀ ਦੱਸੀ ਜਾਂਦੀ ਹੈ। ਇੰਨੇ ਪਿਆਰ ਨਾਲ ਮੈਂ ਤੇਰੇ ਲਈ ਡਰੈਸ ਲੈ ਕੇ ਆਈ ਹਾਂ, ਇਹ ਕਿਵੇਂ ਕਰ ਛੁਪਾ ਕੇ ਰੱਖ ਲੈ, ਕਦੇ ਕਹਿ ਦੇਣਾ ਕਿ ਮੈਂ ਆਪਣੀ ਪਾਕਟ ਮਨੀ ਨਾਲ ਖਰੀਦੀ ਹੈ। ਬਹੁਤ ਮਨਾ ਕਰਨ ਦੇ ਬਾਵਜੂਦ ਵੀ ਉਹ ਡਰੈਸ ਨੂੰ ਮੇਰੇ ਬੈਗ ਵਿੱਚ ਪਾ ਗਈ। ਮੈਂ ਜਦੋਂ ਘਰ ਪਹੁੰਚੀ ਤਾਂ ਪਤਾ ਨਹੀਂ ਕਿਉਂ ਮੇਰਾ ਸਿਰ ਝੁਕਿਆ ਹੋਇਆ ਸੀ। ਮਾਂ ਸਾਹਮਣੇ ਮੰਜੇ ਉੱਤੇ ਬੈਠੀ ਬਟਨ ਲਗਾ ਰਹੀ ਸੀ। ਮੈਂ ਦੇਖਦਿਆਂ ਹੀ ਉਹ ਅੱਗੇ ਵਧੀ, ਮੇਰਾ ਬੈਗ ਫੜ ਲਿਆ। ਉਦੋਂ ਮੇਰਾ ਦਿਲ ਧੜਕ ਰਿਹਾ ਸੀ ਕਿ ਕਿਤੇ ਮੇਰੀ ਮਾਂ ਉਹ ਮੇਰੀ ਡਰੈਸ ਦੇਖ ਨਾ ਲਵੇ। ਪਰ ਮੰਮੀ ਨੇ ਕਮਰੇ ਵਿੱਚ ਜਾ ਕੇ ਬੈਗ ਰੱਖ ਦਿੱਤਾ ਅਤੇ ਮੇਰੇ ਲਈ ਖਾਣਾ ਲੈ ਆਈ।
ਮੰਮੀ ਨੇ ਅੱਜ ਮੇਰੀ ਪਸੰਦ ਦਾ ਖਾਣਾ ਬਣਾਇਆ ਸੀ, ਪਰ ਆਪਣੀ ਮਾਂ ਦੇ ਸਾਹਮਣੇ ਪਹਿਲੀ ਵਾਰ ਮੈਂ ਚੰਗੀ ਤਰ੍ਹਾਂ ਨਾਲ ਖਾਣਾ ਨਹੀਂ ਖਾ ਪਾ ਰਹੀ ਸੀ, ਕਿਉਂਕਿ ਮੈਂ ਖੁਦ ਨੂੰ ਚੋਰ ਮਹਿਸੂਸ ਕਰ ਰਹੀ ਸੀ। ਮੰਮੀ ਮੇਰੇ ਚਿਹਰੇ ਨੂੰ ਦੇਖਦੀ ਰਹੀ ਤੇ ਫਿਰ ਬੋਲੀ, ਸੁਮਨ ਤੂੰ ਜਾਣਦੀ ਆ, ਜਦੋਂ ਤੂੰ ਛੋਟੀ ਸੀ ਤਾਂ ਆਪਣੀ ਭੈਣ ਜਾਂ ਭਰਾ ਦੀ ਕੋਈ ਚੀਜ਼ ਲੁਕੋ ਲੈਂਦੀ ਸੀ, ਉਦੋਂ ਤੂੰ ਮੇਰੇ ਨਾਲ ਨਜ਼ਰਾਂ ਨਹੀਂ ਮਿਲਾਉਂਦੀ ਸੀ ਤੇ ਮੈਂ ਜਾਣ ਜਾਂਦੀ ਸੀ ਕਿ ਤੂੰ ਚੋਰ ਆ। ਮੈਂ ਆਪਣੀ ਮਾਂ ਦਾ ਹੱਥ ਫੜ ਕੇ ਬੋਲੀ, ਤੁਸੀਂ ਮੈਨੂੰ ਕੁਝ ਕਹੋਗੇ ਤਾਂ ਨਹੀਂ? ਮੰਮੀ ਨੇ ਕਿਹਾ, ਪਹਿਲਾਂ ਕਦੇ ਬਚਪਨ ਵਿੱਚ ਕੁਝ ਕਿਹਾ ਸੀ ਜੋ ਹੁਣ ਕਹਾਂਗੇ। ਮੰਮੀ ਦੀ ਗੱਲ ਸੁਣ ਕੇ ਮੈਂ ਉਹਨਾਂ ਨੂੰ ਯਾਦ ਕਰਵਾਇਆ, ਤੁਸੀਂ ਮੈਨੂੰ ਬਹੁਤ ਮਾਰਦੇ ਸੀ। ਮੇਰੀ ਗੱਲ ਸੁਣ ਕੇ ਮੰਮੀ ਹੱਸਣ ਲੱਗੀ, ਮੰਮੀ ਬਹੁਤ ਹੀ ਲੰਬੇ ਇਸ ਸਮੇਂ ਤੋਂ ਬਾਅਦ ਅੱਜ ਹੱਸੀ ਸੀ। ਮੈਂ ਮੰਮੀ ਨੂੰ ਕਿਹਾ, ਮੰਮੀ ਮੇਰੀ ਸਹੇਲੀ ਆ, ਉਸਨੇ ਇੱਕ ਗਿਫਟ ਦਿੱਤਾ ਹੈ ਤੇ ਉਹ ਡਰੈਸ ਮੈਂ ਆਪਣੀ ਮਾਂ ਦੇ ਅੱਗੇ ਰੱਖ ਦਿੱਤੀ। ਮੰਮੀ ਨੇ ਉਸ ਨੂੰ ਦੇਖਿਆ ਤੇ ਕਹਿਣ ਲੱਗੀ ਕਿ ਰੱਖ ਲਾ, ਸਹੇਲੀਆਂ ਗਿਫਟ ਦੇਣ ਦਾ ਇਨਕਾਰ ਨਹੀਂ ਕਰਦੇ, ਬਸ ਪਰ ਕੋਸ਼ਿਸ਼ ਕਰਨਾ ਅੱਗੇ ਤੋਂ ਉਸ ਤੋਂ ਕੁਝ ਨਾ ਲੈਣਾ। ਸਾਡੀ ਉਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਅੰਤਰ ਹੈ। ਵੈਸੇ ਵੀ ਮੈਂ ਚਾਹੁੰਦੀ ਹਾਂ ਕਿ ਮੇਰੀ ਬੇਟੀ ਸਭ ਕੁਝ ਛੱਡ ਕੇ ਆਪਣੀ ਪੜ੍ਹਾਈ ਉੱਤੇ ਧਿਆਨ ਦੇਵੇ ਤੇ ਇੱਕ ਚੰਗੀ ਕਾਬਲ ਡਾਕਟਰ ਬਣੇ। ਜਦੋਂ ਮੈਂ ਬਿਲਕੁਲ ਬੁੱਢੀ ਹੋ ਜਾਵਾਂਗੀ ਤਾਂ ਮੇਰੀ ਬੇਟੀ ਮੇਰਾ ਇਲਾਜ ਕਰੇਗੀ ਤੇ ਮੈਂ ਗਰਭ ਨਾਲ ਸਭ ਨੂੰ ਕਹਿ ਸਕਾਂਗੀ ਕਿ ਇਹ ਮੇਰੀ ਬੇਟੀ ਹੈ। ਮੰਮੀ ਦੀਆਂ ਗੱਲਾਂ ਮੈਨੂੰ એનર્ਜੀ ਦੇ ਦਿੰਦੀਆਂ ਸੀ, ਜਿਸ ਨਾਲ ਮੇਰੀ ਪੜ੍ਹਾਈ ਦੀ ਸਪੀਡ ਹੋਰ ਵੀ ਜ਼ਿਆਦਾ ਤੇਜ਼ ਹੋ ਜਾਂਦੀ ਸੀ। ਮੈਂ ਅੱਧੀ ਰਾਤ ਤੱਕ ਪੜ੍ਹਾਈ ਕਰਦੀ, ਸਭ ਤੋਂ ਪਹਿਲਾਂ ਉੱਠਦੀ ਸੀ ਤੇ ਮੈਂ ਆਪਣਾ ਆਪ ਹੀ ਭੁੱਲ ਚੁੱਕੀ ਸੀ ਕਿ ਉਹ ਡਰੈਸ ਮੈਂ ਵੈਸੇ ਹੀ ਰੱਖ ਲਈ ਸੀ। ਮੇਰਾ ਮਕਸਦ ਸਿਰਫ ਤੇ ਸਿਰਫ ਪੜ੍ਹਨਾ ਸੀ। ਉਹ ਡਰੈਸ ਕਈ ਸਾਲਾਂ ਤੱਕ ਐਵੇਂ ਹੀ ਪਈ ਰਹੀ। ਜਦੋਂ ਦੀਦੀ ਦਾ ਵਿਆਹ ਹੋਇਆ ਸੀ ਤਾਂ ਉਹ ਦਿਨ ਪਹਿਨੀ ਸੀ। ਚਾਹੁੰਦੇ ਹੋਏ ਵੀ ਮੈਂ ਸਿਮਰਨ ਨਾਲ ਦੋਸਤੀ ਖਤਮ ਨਹੀਂ ਕਰ ਪਾ ਰਹੀ ਸੀ। ਉਸ ਦੇ ਬੋਲਣ ਤੇ ਅੰਦਾਜ਼ ਵਿੱਚ ਬਹੁਤ ਹੀ ਮਿਠਾਸ ਸੀ ਜੋ ਉਹਨਾਂ ਇਸ ਇਨਸਾਨ ਨੂੰ ਆਪਣਾ ਗੁਲਾਮ ਬਣਾ ਦੇਵੇ। ਜਦੋਂ ਦੀਦੀ ਦਾ ਵਿਆਹ ਹੋਇਆ ਤਾਂ ਉਹ ਵੀ ਆਈ ਸੀ, ਪਰ ਬਹੁਤ ਹੀ ਜਲਦੀ ਚਲੀ ਗਈ ਸੀ। ਉਸਨੂੰ ਇੰਨੇ ਛੋਟੇ ਘਰ ਵਿੱਚ ਉਲਝਣ ਹੁੰਦੀ ਸੀ ਤੇ ਦਮ ਘੁੱਟ ਰਿਹਾ ਹੈ। ਉਹ ਤਾਂ ਸ਼ੁਕਰ ਸੀ ਮੰਮੀ ਨੇ ਇਹ ਗੱਲਾਂ ਨਹੀਂ ਸੁਣੀਆਂ ਸੀ। ਸਾਡੇ ਘਰ ਦਾ ਪਹਿਲਾ ਵਿਆਹ ਸੀ, ਸਾਡੇ ਵਿੱਚ ਜਿੰਨੀ ਪਹੁੰਚ ਸੀ ਅਸੀਂ ਉਸ ਤੋਂ ਵੱਧ ਕੇ ਦਹੇਜ ਦਿੱਤਾ ਸੀ, ਪਰ ਦੀਦੀ ਦੀ ਸੱਸ ਨੇ ਕਿਹਾ ਸੀ ਕਿ ਇਹ ਬਹੁਤ ਜ਼ਿਆਦਾ ਹੈ, ਇਹ ਸਭ ਕੁਝ ਦੇਣ ਦੀ ਕੀ ਜ਼ਰੂਰਤ ਸੀ। ਮੇਰੀ ਭੈਣ ਦੀ ਸੱਸ ਮੇਰੀ ਮਾਂ ਬਹੁਤ ਚੰਗੀ ਸਹੇਲੀ ਸੀ, ਬਹੁਤ ਚੰਗੀ ਔਰਤ ਸੀ। ਉਸਨੇ ਸਾਡਾ ਬਹੁਤ ਸਾਥ ਦਿੱਤਾ ਸੀ। ਮੇਰੀ ਭੈਣ ਦੇ ਵਿਆਹ ਵਿੱਚ ਭੂਆ ਨਹੀਂ ਆਈ ਸੀ, ਕਿਉਂਕਿ ਉਹ ਚਾਹੁੰਦੀ ਸੀ ਕਿ ਮੇਰੀ ਭੈਣ ਦਾ ਵਿਆਹ ਉਹਨਾਂ ਦੇ ਜੇਠ ਦੇ ਮੁੰਡੇ ਨਾਲ ਹੋ ਜਾਵੇ। ਭੂਆ ਦੇ ਜੇਠ ਦੇ ਮੁੰਡਾ ਨਸ਼ਈ ਸੀ, ਇਸ ਲਈ ਮੰਮੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸਾਡੀ ਭੂਆ ਸਾਡੇ ਘਰ ਰੋਜ਼ ਕੁਝ ਨਾ ਕੁਝ ਮਿਠਾਈ ਬਣਾ ਕੇ ਭੇਜਦੀ ਸੀ, ਰੋਜ਼ ਕੁਝ ਨਾ ਕੁਝ ਸਾਨੂੰ ਗਿਫਟ ਦਿੰਦੀ ਸੀ, ਪਰ ਮੰਮੀ ਉਹ ਸਾਰਾ ਸਮਾਨ ਚੁੱਕ ਕੇ ਸੁੱਟ ਦਿੰਦੀ। ਮੰਮੀ ਕਹਿੰਦੀ ਸੀ ਕਿ ਮੈਨੂੰ ਇਸ ਔਰਤ 'ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਹੈ। ਇੱਕ ਦਿਨ ਮੇਰੀ ਭੂਆ ਦੀ ਕੁੜੀ ਸਾਡੇ ਘਰ ਆਈ, ਕਹਿਣ ਲੱਗੀ, ਸੁਮਨ ਨੇ ਜੋ ਸੂਟ ਅਨੀਤਾ ਦੀਦੀ ਦੇ ਵਿਆਹ ਵਿੱਚ ਪਾਇਆ ਸੀ, ਮੈਨੂੰ ਉਹੀ ਸੂਟ ਚਾਹੀਦਾ। ਲੱਗੀ ਜੋ ਸੁਨੀਤਾ ਦੀਦੀ ਦੇ ਵਿਆਹ ਵਿੱਚ ਪਾਇਆ ਸੀ ਉਹ ਮੈਨੂੰ ਸੂਟ ਚਾਹੀਦਾ। ਮੈਂ ਉਸਨੂੰ ਕਾਲਜ ਦੇ ਇੱਕ ਫੰਕਸ਼ਨ ਵਿੱਚ ਪਹਿਨਣਾ ਚਾਹੁੰਦੀ ਹਾਂ। ਮੈਂ ਵੀ ਚੁੱਕ ਕੇ ਦੇ ਦਿੱਤਾ ਤੇ 5 ਦਿਨ ਬਾਅਦ ਉਹ ਦੇਣ ਆਈ ਤਾਂ ਮੰਮੀ ਨੇ ਉਹ ਸੂਟ ਚੁੱਕ ਕੇ ਇੱਕ ਗਰੀਬ ਕੁੜੀ ਨੂੰ ਦੇ ਦਿੱਤਾ। ਮੈਨੂੰ ਮੰਮੀ ਦੀ ਗੱਲ ਸਮਝ ਨਹੀਂ ਆਉਂਦੀ ਸੀ ਕਿ ਉਹ ਐਵੇਂ ਕਿਉਂ ਕਰਦੀ ਹੈ। ਕਦੇ ਪੁੱਛਦੀ ਤਾਂ ਮੰਮੀ ਕਹਿੰਦੀ ਕਿ ਮੈਂ ਤੇਰੀ ਮਾਂ ਹਾਂ, ਤੂੰ ਮੇਰੀ ਮਾਂ ਨਾ ਬਣ। ਤੇਰੀ ਭੂਆ ਬਹੁਤ ਹੀ ਮਤਲਬੀ ਔਰਤ ਹੈ, ਜਾਦੂ ਟੂਣੇ ਵਿੱਚ ਬਹੁਤ ਹੀ ਵਿਸ਼ਵਾਸ ਕਰਨ ਵਾਲੀ ਔਰਤ ਹੈ। ਸਾਰਾ ਖਾਨਦਾਨ ਉਸਦੀਆਂ ਕਰਤੂਤਾਂ ਤੋਂ ਜਾਣਕਾਰ ਹੈ। ਮੈਂ ਨਹੀਂ ਚਾਹੁੰਦੀ ਕਿ ਮੇਰੇ ਕਿਸੇ ਵੀ ਬੱਚੇ ਉੱਤੇ ਇਸ ਔਰਤ ਦਾ ਛਾਇਆ ਵੀ ਪਵੇ। ਸਾਡੇ ਘਰ ਦੇ ਨਾਲ ਇੱਕ ਘਰ ਸੀ ਜਿਸ ਵਿੱਚ ਸ਼੍ਰੀਸ਼ ਅੰਕਲ ਰਹਿੰਦੇ ਸੀ ਤੇ ਉਹਨਾਂ ਦੀਆਂ 2 ਪਤਨੀਆਂ ਸੀ। ਦੋਨੇ ਹੀ ਆਪਸ ਵਿੱਚ ਬਹੁਤ ਝਗੜਦੀਆਂ ਰਹਿੰਦੀਆਂ ਸੀ। ਜਦੋਂ ਵੀ ਉਹ ਝਗੜਾ ਕਰਦੀ ਤਾਂ ਮੈਨੂੰ ਬਹੁਤ ਮਜ਼ਾ ਆਉਂਦਾ ਸੀ, ਕਿਉਂਕਿ ਉਹਨਾਂ ਦੀ ਲੜਾਈ ਹੀ ਕੁਝ ਅਜਿਹੀ ਹੁੰਦੀ ਸੀ। ਮੈਨੂੰ ਤਾਂ ਫ੍ਰੀ ਵਿੱਚ ਸ਼ੋਅ ਦੇਖਣ ਨੂੰ ਮਿਲ ਜਾਂਦਾ ਸੀ। ਟੀਵੀ ਅਸੀਂ ਬਹੁਤ ਘੱਟ ਦੇਖਦੇ ਸੀ ਤੇ ਜਦੋਂ ਤੋਂ ਕਾਲਜ ਜਾਣਾ ਸ਼ੁਰੂ ਕੀਤਾ ਸੀ ਉਹ ਛੁੱਟ ਹੀ ਗਿਆ ਸੀ, ਪਰ ਜਦੋਂ ਉਹਨਾਂ ਲੋਕਾਂ ਦੇ ਘਰ ਲੜਾਈ ਹੁੰਦੀ ਸੀ ਤਾਂ ਜ਼ਰੂਰ ਦੇਖਣ ਪਹੁੰਚ ਜਾਂਦੀ ਸੀ। ਮੰਮੀ ਨੇ ਛੱਤ ਦੀ ਦੀਵਾਰ ਥੋੜ੍ਹੀ ਉੱਚੀ ਕਰਵਾ ਰੱਖੀ ਸੀ, ਪਰ ਬਾਕੀ ਘਰ ਦਾ ਉਹੀ ਹਾਲ ਸੀ। ਮੈਂ ਛੱਤ ਤੋਂ ਹੁੰਦੀ ਹੋਈ ਘਰ ਦੀ ਪਿਛਲੀ ਸਾਈਡ ਉੱਤੇ ਆ ਗਈ ਤੇ ਉੱਧਰ ਦੇਖਣ ਲੱਗੀ। ਸ਼ਾਮ ਦਾ ਇਹ ਸਮਾਂ ਸੀ, ਡੁੱਬਦਾ ਸੂਰਜ ਮੇਰਾ ਸਭ ਤੋਂ ਪਸੰਦੀਦਾ ਹੁੰਦਾ ਸੀ। ਮੈਨੂੰ ਨੇਚਰ ਨਾਲ ਬਹੁਤ ਪਿਆਰ ਸੀ ਤੇ ਫਿਰ ਉਦੋਂ ਹੀ ਮੇਰੀ ਨਜ਼ਰ ਸਾਹਮਣੇ ਵਾਲੇ ਘਰ ਦੀ ਛੱਤ ਉੱਤੇ ਪਈ ਸੀ। ਉੱਥੇ ਇੱਕ ਮੁੰਡਾ ਨਾ ਜਾਣੇ ਕਦੋਂ ਤੋਂ ਖੜਾ ਮੈਨੂੰ ਦੇਖ ਰਿਹਾ ਸੀ। ਜਦੋਂ ਮੈਂ ਉਸਨੂੰ ਆਪਣੀ ਤਰਫ ਦੇਖਦੇ ਪਾਇਆ ਤਾਂ ਮੈਂ ਉਸਨੂੰ ਨਜ਼ਰਅੰਦਾਜ਼ ਕੀਤਾ ਤੇ ਜਲਦੀ ਨਾਲ ਨੀਚੇ ਉੱਤਰ ਆਈ ਸੀ। ਹੁਣ ਜਦੋਂ ਵੀ ਕਦੇ ਛੱਤ 'ਤੇ ਜਾਣ ਦਾ ਮਨ ਹੁੰਦਾ ਤਾਂ ਉਹ ਮੁੰਡਾ ਮੇਰੀਆਂ ਅੱਖਾਂ ਦੇ ਸਾਹਮਣੇ ਘੁੰਮ ਜਾਂਦਾ ਤੇ ਮੈਂ ਛੱਤ ਉੱਤੇ ਜਾਣ ਦਾ ਇਰਾਦਾ ਛੱਡ ਦਿੰਦੀ। ਪਰ ਕੁਝ ਹੀ ਦਿਨਾਂ ਤੋਂ ਕਾਲਜ ਜਾਂਦੇ ਹੋਏ ਰੋਜ਼ ਕੋਈ ਮੇਰਾ ਪਿੱਛਾ ਕਰਦਾ। ਐਵੇਂ ਮੈਨੂੰ ਅਹਿਸਾਸ ਹੋਣ ਲੱਗਾ ਸੀ। ਮੈਂ ਬਹੁਤ ਪਰੇਸ਼ਾਨ ਹੋ ਗਈ ਸੀ। ਮੰਮੀ ਨੂੰ ਦੱਸਣਾ ਚਾਹੁੰਦੀ ਸੀ ਪਰ ਦੱਸ ਨਹੀਂ ਪਾ ਰਹੀ ਸੀ।
क्योंकि फिर वो भी परेशान हो जाती। तो फिर कालेज तो छुट्टी के समय एक मुंडा मेरे सामने आके खड़ा हो गया। उस समय मेरी सहेली सिमरन भी मेरे नाल सी। उस मुंडे ने मैनू कहा कि मैं तुहाडे नाल गल करनी चाहुंदा हाँ, 2 मिनट तो ज़्यादा समा नहीं लवांगा। मैं डर चुकी सी, मेरे मत्थे ते पसीना आ रहा सी, मैनू डर लग रहा सी कि किते कोई मैनू इस मुंडे नाल गल करदे ना देख लवे। सिमर ने कहा इस विच डरन वाली की गल है, बोलो तुसीं कौन हो ते की करना चाहुंदे हो। इस मुंडे ने कहा मेरा नाम अमित है, मैं सुमन नूं मुहब्बत करदा हाँ ते अपना रिश्ता उसके घर भेजना चाहुंदा हाँ। मेरी सहेली ये सुन के खिलखिला के हस पई ते मैनू शरारत भरियां नज़रां नाल देखण लगी। मैनू बहुत अजीब लग रहा सी। आउंदे जांदे लोग हुण सानू देख रहे सी। अमित ने जल्दी नाल अपना मोबाइल नंबर मैनू दे दिता ते बोलिया मैं तुहाडे फोन दा इंतजार करांगा। पर मैं उसके सामने नंबर फाड़ के सुੱਟ दिता। मैं अपने मकसद तो भटक नहीं सकती सी। मेरी जिंदगी का मकसद ये सब कुछ नहीं सी। मैं तो कुछ बनना चाहती सी। ते फिर मैं एक बहुत ही शरीफ खानदान तो सी ते ये चंगियां बेटियां नूं शोभा नहीं दिंदा कि अपनी इज्जत नूं एवें लोकां दे हवाले कर देण जिन्हां नाल उन्हां दा कोई रिश्ता ही ना होवे। अमित उदास हो गया सी मेरे नंबर उत्ते। फिर हौली हौली कदम उठाउंदा चला गया। हुण मैं परेशान होण लगी सी। मेरी पढ़ाई भी डिस्टर्ब हो चुकी सी। मैं इन्हां रस्तिਆਂ उत्ते चलना नहीं चाहुंदी सी। पर फिर भी बार बार अमित के बारे में सोचण लगी सी। पर जदों मैं अपनी माँ का चेहरा देखती तो हर ख्याल नूं अपने दिमाग विचों कढ़ दिंदी सी। कुछ दिन बीत गए। अमित फिर एक दिन मेरे रास्ते में आया। उसने कहा कि बैठ के गल कर लैंदे हां, पर मैं साफ मना कर दिता, बल्कि एक थप्पड़ भी उसके मूँह ते मार दिता। मेरी सहेली मेरी तरफदारी करने की बजाय उस मुंडे की साइड लैन लगी। मैनू बहुत बुरा लगा। मैं हुण उस तो भी दूर रहन लगी सी। मेरी मम्मी समझाउंदी सी कि तू अपनी सहेली तो दूर रहा कर। पता नहीं क्यों मैनू वो कुड़ी चंगी नहीं लगती। उस समय तो मैं अपनी माँ नाल बहस कर लग जाती सी कि मेरी एक ही तो सहेली है, तुसीं की चाहुंदे हो कि मैं बिल्कुल ही इकल्ली हो जावां। तो फिर सिमर ने मेरे तो माफ़ी मंगी तो कहा कि तैनू इस इंसान की कदर करनी चाहिए है। तू देखा नहीं वो तेरे नाल कितनी मुहब्बत करता है। मैं सिमर नूं माफ़ कर दिता सी ते फिर तो मेरी तो उसकी बोल चाल होने लगी सी। अजकल सिमर की जबान उत्ते बस अमित का ही नाम हुंदा ते अमित ने पता नहीं कि मैं मेरे भाई नाल भी दोस्ती कर ली सी ते वो साडे घर आउण जाण लगा। तो फिर देखते मम्मी भी उसदियां तारीफां करन लगी। अमित एक बहुत ही अमीर घर का मुंडा सी, पर उसने कभी भी अपने पैसे का रोब नहीं दिखाया सी। बल्कि शुरू में तो सानू पता ही नहीं सी भी वो इन्ने पैसे वाला है। वो तो सानू बहुत बाद में पता चलिया सी। मेरे छोटे भाई ने BSc की ते जॉब लभ रहा सी। जब उसकी मुलाकात अमित नाल हुई सी, ये दोवें दोस्त बन गए। अमित की मदद नाल मेरे भाई नूं जॉब भी मिल गई सी। ये जॉब सिर्फ अमित की वजह नाल ही मिली सी, नहीं तो ना जाने किन्ने मेरे भाई तो भी ज़्यादा उच्ची डिग्रियां वाले लई बैठे ने तो उन्होंने जॉब नहीं मिलती। मम्मी कहती है कि अमित का बहुत बड़ा एहसान है। तो फिर अमित की तारीफ सुन के मैं भी ना चाहते हुए अमित बारे में सोचण लगी। तो फिर हौली हौली हुण साडी गलबात भी होण लगी। तो फिर मेरी पसंद मुहब्बत विच बदल गई। साडे कॉलेज विच मोबाइल लैके जाण दी आग्या नहीं सी, पर जदों तो मैं अमित की मुहब्बत विच पई सी मैं मोबाइल छुपा के लै जाती सी। फिर पीढ़ी विच अमित नाल गल्लां करदी। मेरा हुण हौली हौली पढ़ाई तो ध्यान हटदा जा रहा सी। मुहब्बत सचमुच इंसान नूं निकम्मा बना दिंदी है। हुण मैं अपनी माँ तो भी गल छुपाउण लगी सी, पर कहंदे ने माँ तो कुछ नहीं छुप सकता। एक दिन मम्मी ने कहा कि वो उम्र एवें ही हुंदी है, इंसान सुपने देखण लग जाता है। तो सुपने देखना गलत गल नहीं, पर जदों इंसान गलत रास्ते पर चलता है तो उसका अंजाम भी बुरा हुंदा है। जदों तो तू कॉलेज जाना शुरू किया मैं तेरे उत्ते सख्ती करनी बंद कर दी। मैनू लगता है कि हुण मेरी बेटी समझदार हो चुकी है, अपना चंगा बुरा समझती है। समय दियाँ ठोकरां इंसान नूं बहुत कुछ सिखा दिंदियां ने, पर तू जिस रास्ते उत्ते निकल पई है कि उसका अंजाम जानती है। पता नहीं कि मेरी माँ नूं सब कुछ पता चल गया सी
ਕਈ ਵਾਰ ਸ਼ੀਸ਼ਾ ਦੇਖਦੀ ਤੇ ਕਿਤੇ ਮੇਰੇ ਚਿਹਰੇ ਉੱਤੇ ਕੁਝ ਲਿਖਿਆ ਤਾਂ ਨਜ਼ਰ ਨਹੀਂ ਆਉਂਦਾ। ਮੇਰੀ ਮਾਂ ਦੀਆਂ ਗੱਲਾਂ ਨੇ ਮੇਰੀਆਂ ਅੱਖਾਂ ਉੱਤੇ ਬੰਨੀ ਪੱਟੀ ਖੋਲ੍ਹ ਦਿੱਤੀ। ਮੈਂ ਉਸ ਸਮੇਂ ਮੋਬਾਈਲ ਬੰਦ ਕਰਕੇ ਅਲਮਾਰੀ ਵਿੱਚ ਰੱਖ ਦਿੱਤਾ ਤੇ ਅਮਿਤ ਨੂੰ ਕਹਿ ਦਿੱਤਾ ਕਿ ਆਪਣੇ ਘਰ ਵਾਲਿਆਂ ਨੂੰ ਨਹੀਂ ਮੈਨੂੰ ਭੁੱਲ ਜਾਵੇ। ਉਸਨੇ ਕਿਹਾ ਮੇਰੀ ਮੰਮੀ ਹੁਣ ਮੇਰੀ ਦੀਦੀ ਦੇ ਘਰ ਗਈ ਹੋਈ ਹੈ। ਜਿਵੇਂ ਹੀ ਦੀਦੀ ਦੇ ਘਰ ਤੋਂ ਆਉਂਦੀ ਹੈ ਉਹ ਪਹਿਲਾਂ ਤੇਰੇ ਘਰ ਆਵੇਗੀ ਤਾਂ ਮੇਰਾ ਇੰਤਜ਼ਾਰ ਕਰਨਾ। ਬਹੁਤ ਮੁਹੱਬਤ ਕਰਦਾ ਹਾਂ ਤੇਰੇ ਨਾਲ। ਮੁਹੱਬਤ ਇਨਸਾਨ ਦੀ ਕਮਜ਼ੋਰੀ ਹੁੰਦੀ ਹੈ ਤੇ ਤਾਕਤ ਵੀ, ਪਰ ਇਹ ਕਮਜ਼ੋਰੀ ਜਦ ਦੂਸਰਿਆਂ ਦੇ ਹੱਥ ਲੱਗ ਜਾਂਦੀ ਹੈ ਤਾਂ ਸਾਨੂੰ ਅਜਿਹੀ ਸਜ਼ਾ ਦਿੰਦੀ ਹੈ ਜਿਹਦਾ ਅਸੀਂ ਕਦੇ ਕੁਝ ਅੰਦਾਜ਼ਾ ਵੀ ਨਹੀਂ ਲਾਇਆ ਹੁੰਦਾ। ਮੈਂ ਅੱਜ ਕੱਲ੍ਹ ਬਹੁਤ ਖੁਸ਼ ਸੀ, ਹਵਾ ਵਿੱਚ ਉੜਦੀ ਫਿਰ ਰਹੀ ਤੇ ਫਿਰ 2 ਦਿਨ ਬਾਅਦ ਅਮਿਤ ਦੇ ਮਾਂ-ਬਾਪ ਮੇਰੇ ਘਰ ਆਉਣ ਵਾਲੇ ਸੀ। ਮੰਮੀ ਵੀ ਮੇਰੀ ਖੁਸ਼ੀ ਵਿੱਚ ਖੁਸ਼ ਸੀ। ਮੰਮੀ ਨਾਲ ਵਾਅਦਾ ਕੀਤਾ ਸੀ ਕਿ ਪਹਿਲਾਂ ਡਾਕਟਰ ਬਣੋਗੇ ਫਿਰ ਵਿਆਹ ਕਰੂੰਗਾ। ਮੈਂ ਆਪਣੀ ਮਾਂ ਆਪਣੇ ਭਾਈਆਂ ਦੇ ਲਈ ਬਹੁਤ ਕੁਝ ਕਰਨਾ ਸੀ। ਮੇਰਾ ਛੋਟਾ ਭਾਈ ਹਜੇ ਪੜ੍ਹਦਾ ਸੀ ਤੇ ਨਾਲ ਹੀ ਉਹ ਬੈਂਕ ਵਿੱਚ ਜੌਬ ਕਰਨ ਲੱਗਾ ਸੀ। ਉਸਨੇ ਆਪਣੀ ਪੜ੍ਹਾਈ ਦੀ ਜ਼ਿੰਮੇਵਾਰੀ ਖੁਦ ਹੀ ਉਠਾ ਰੱਖੀ ਸੀ ਤੇ ਇਹ ਸਭ ਮੇਰੀ ਮਾਂ ਦੀ ਚੰਗੀ ਪਰਵਰਿਸ਼ ਦਾ ਫਲ ਸੀ ਕਿ ਅਸੀਂ ਕੋਈ ਭੈਣ ਭਾਈ ਆਪਣੇ ਰਸਤੇ ਤੋਂ ਭਟਕੇ ਨਹੀਂ ਸੀ। ਪਰ ਮੇਰੀ ਜ਼ਿੰਦਗੀ ਵਿੱਚ ਤਬਾਹੀ ਆਉਣ ਵਾਲੀ ਸੀ ਤੇ ਇਹ ਤਾਂ ਮੈਨੂੰ ਅੰਦਾਜ਼ਾ ਨਹੀਂ ਸੀ। ਮੇਰੀ ਮੁਹੱਬਤ ਨੇ ਮੈਨੂੰ ਧੋਖਾ ਦਿੱਤਾ ਸੀ ਜਾਂ ਫਿਰ ਮੇਰੀ ਸਹੇਲੀ ਨੇ। ਇਹ ਸਭ ਸਮੇਂ ਨੇ ਮੇਰੇ ਸਾਹਮਣੇ ਲਿਆ ਕੇ ਰੱਖ ਦਿੱਤਾ। ਮੈਂ ਅਗਲੇ ਦਿਨ ਕਾਲਜ ਗਈ ਤਾਂ ਸਿਮਰਨ ਨਹੀਂ ਆਈ ਸੀ। ਕੁਝ ਦਿਨਾਂ ਵਿੱਚ ਹੀ ਅਮਿਤ ਦੇ ਘਰ ਵਾਲੇ ਆ ਰਹੇ ਸੀ ਪਰ ਅਮਿਤ ਦਾ ਨੰਬਰ ਬੰਦ ਸੀ। ਮੈਂ ਸ਼ਾਮ ਨੂੰ ਮੰਮੀ ਨੂੰ ਦੱਸ ਕੇ ਸਿਮਰਨ ਦੇ ਘਰ ਚਲੀ ਗਈ। ਉਹ ਬੈੱਡ ਉੱਤੇ ਪਈ ਸੀ, ਉਸਦੇ ਸਿਰ ਉੱਤੇ ਸੱਟ ਲੱਗੀ ਹੋਈ ਸੀ ਤੇ ਉਸਦੀ ਹਾਲਤ ਬਹੁਤ ਹੀ ਅਜੀਬ ਹੋ ਰਹੀ ਸੀ। ਮੈਨੂੰ ਦੇਖਦੇ ਹੀ ਮੇਰੇ ਗਲੇ ਲੱਗ ਕੇ ਰੋਣ ਲੱਗੀ। ਉਸਨੇ ਕਿਹਾ ਸੁਮਨ ਮੈਂ ਬਰਬਾਦ ਹੋ ਗਈ, ਮੈਂ ਕਿਤੇ ਦੀ ਵੀ ਨਹੀਂ ਰਹੀ। ਮੇਰਾ ਦਿਲ ਬੈਠਾ ਜਾ ਰਿਹਾ ਸੀ। ਉਸਨੇ ਕਿਹਾ ਅਮਿਤ ਨੇ ਮੇਰੇ ਨਾਲ ਪੂਰੀ ਰਾਤ ਅੱਗੇ ਸਿਮਰਤ ਬੋਲਿਆ ਹੀ ਨਹੀਂ ਜਾ ਰਿਹਾ ਸੀ ਤੇ ਥੋੜ੍ਹੀ ਸੰਭਲੀ ਤਾਂ ਕਹਿਣ ਲੱਗੀ ਅਮਿਤ ਨੇ ਮੈਨੂੰ ਕਿਹਾ ਕਿ ਉਹ ਸੁਮਨ ਨੂੰ ਨਹੀਂ ਮੈਨੂੰ ਪਸੰਦ ਕਰਦਾ ਹੈ। ਜਦ ਮੈਂ ਉਸਨੂੰ ਕਿਹਾ ਕਿ ਸੁਮਨ ਮੇਰੀ ਦੋਸਤ ਹੈ ਤੂੰ ਇੱਥੋਂ ਚਲੇ ਜਾ ਤਾਂ ਉਸਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਤੇ ਫਿਰ ਘਰ ਵਾਲਿਆਂ ਨੇ ਸਾਡਾ ਵਿਆਹ ਕਰਵਾ ਦਿੱਤਾ। ਇਹ ਖਬਰ ਸੀ ਜਾਂ ਕੋਈ ਧਮਾਕਾ ਜੋ ਮੇਰੇ ਸਿਰ ਉੱਤੇ ਹੋਇਆ ਸੀ। ਮੇਰਾ ਸਿਰ ਚਕਰਾਉਣ ਲੱਗਾ। ਮੈਨੂੰ ਪੂਰੀ ਦੁਨੀਆ ਹਿਲਦੀ ਹੋਈ ਮਹਿਸੂਸ ਹੋ ਰਹੀ ਸੀ। ਮੇਰੇ ਪੈਰਾਂ ਵਿੱਚ ਜਾਨ ਨਹੀਂ ਸੀ ਤੇ ਮੈਂ ਆਪਣੇ ਪੈਰਾਂ ਨੂੰ ਘੜੀਸਦੀ ਹੋਈ ਕਿਸੇ ਤਰ੍ਹਾਂ ਉਸਦੇ ਘਰ ਤੋਂ ਨਿਕਲੀ। ਜਦ ਗੇਟ ਦੇ ਬਾਹਰ ਅਮਿਤ ਨੇ ਮੇਰਾ ਹੱਥ ਫੜ ਲਿਆ। ਕੁਝ ਹੀ ਦਿਨਾਂ ਵਿੱਚ ਉਸਦੀ ਹਾਲਤ ਐਵੇਂ ਹੋ ਗਈ ਸੀ ਜਿਵੇਂ ਕਿੰਨਾ ਲੰਬਾ ਸਫ਼ਰ ਤੈਅ ਕਰਕੇ ਆ ਰਿਹਾ ਹੈ। ਉਹ ਆਪਣੀ ਸਫਾਈ ਦੇ ਰਿਹਾ ਸੀ ਪਰ ਮੈਂ ਉਸ ਨੂੰ ਧੱਕਾ ਦੇ ਕੇ ਆਪਣੇ ਘਰ ਆ ਗਈ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮੇਰੀ ਮੁਹੱਬਤ ਨੇ ਮੈਨੂੰ ਧੋਖਾ ਦਿੱਤਾ ਸੀ। ਮੇਰੀ ਮਾਂ ਬਹੁਤ ਹੀ ਖੁਸ਼ੀ ਤਿਆਰੀ ਕਰ ਰਹੀ ਸੀ। ਮੈਂ ਹੁਣ ਉਸ ਨੂੰ ਕੀ ਜਵਾਬ ਦਿੰਦੀ। ਪਰ ਸਮੇਂ ਅਮਿਤ ਕਰਨ ਵਾਲੇ ਦੇ ਨਾਲ ਅਮਿਤ ਨੇ ਕੀ ਕੀਤਾ, ਉਸਨੇ ਮੇਰੀ ਸਹੇਲੀ ਨਾਲ ਹਵਾਨੀਅਤ ਕੀਤੀ ਤੇ ਮੈਂ ਆਪਣੀ ਮਾਂ ਦੇ ਗਲੇ ਲੱਗ ਗਈ ਤੇ ਐਵੇਂ ਹੀ ਰੋ ਰਹੀ ਸੀ ਜਿਵੇਂ ਮੇਰਾ ਕੋਈ ਆਪਣਾ ਮਰ ਗਿਆ ਹੋਵੇ। ਮੁਹੱਬਤ ਇਨਸਾਨ ਨੂੰ ਅੰਦਰੂਨੀ ਮੌਤ ਮਾਰਦੀ ਹੈ। ਸਾਡੇ ਸੁਪਨੇ ਖੁਸ਼ੀਆਂ ਖੋਹ ਕੇ ਸਾਨੂੰ ਬਹੁਤ ਤਕਲੀਫ ਦਿੰਦੇ ਹੈ ਤੇ ਉਸ ਤਕਲੀਫ ਦੀ ਅੱਗ ਵਿੱਚ ਅਸੀਂ ਪੂਰੀ ਜ਼ਿੰਦਗੀ ਜਲਦੇ ਰਹਿੰਦੇ ਹਾਂ। ਮੈਨੂੰ ਮੁਹੱਬਤ ਰਾਸ ਨਹੀਂ ਆਈ ਸੀ। ਹਰ ਮੈਦਾਨ ਵਿੱਚ ਜਿੱਤਣ ਵਾਲੀ ਅੱਜ ਆਪਣੀ ਕਿਸਮਤ ਤੋਂ ਹਾਰ ਗਈ ਸੀ। ਮੇਰੀ ਮਾਂ ਮੈਨੂੰ ਦੇਖ ਕੇ ਤੜਫ ਰਹੀ ਸੀ। ਇੱਕ ਲੰਬਾ ਸਮਾਂ ਲੱਗਾ ਸੀ ਮੈਨੂੰ ਸੰਭਲਣ ਵਿੱਚ ਪਰ ਮੇਰੇ ਜ਼ਖਮ ਹਜੇ ਵੀ ਤਾਜ਼ਾ ਸੀ। ਮੈਂ ਬਹੁਤ ਬਦਲ ਚੁੱਕੀ ਸੀ ਪਰ ਫਿਰ ਹੌਲੀ ਖੁਦ ਨੂੰ ਸੰਭਾਲਿਆ ਤੇ ਆਪਣੀ ਪੜ੍ਹਾਈ ਵਿੱਚ ਧਿਆਨ ਦਿੱਤਾ। ਸਿਮਰਨ ਦੇ ਕਾਫੀ ਸਮੇਂ ਤੱਕ ਕਾਲਜ ਨਹੀਂ ਆਈ ਸੀ। ਉਸਦੀ ਪੜ੍ਹਾਈ ਦਾ 1 ਸਾਲ ਖਰਾਬ ਹੋ ਗਿਆ ਸੀ। ਤੇ ਉਸਨੇ ਦੁਬਾਰਾ ਪੜ੍ਹਾਈ ਸ਼ੁਰੂ ਕੀਤੀ। ਉਹ ਵੀ ਬਹੁਤ ਬਦਲ ਚੁੱਕੀ ਸੀ, ਖੁਸ਼ ਨਜ਼ਰ ਆਉਂਦੀ ਸੀ ਪਰ ਰੋਜ਼ ਆਪਣੇ ਘਰ ਦਾ ਬਣਿਆ ਫਰੈਸ਼ ਜੂਸ ਮੇਰੇ ਲਈ ਲਿਆਉਂਦੀ ਸੀ। ਕਹਿੰਦੀ ਸੀ ਮੈਨੂੰ ਤੇਰੀ ਸਿਹਤ ਦਾ ਬਹੁਤ ਚਿੰਤਾ ਹੈ। ਸਮੇਂ ਦੇ ਨਾਲ ਸਾਡੀ ਦੋਸਤੀ ਗਹਿਰੀ ਹੋ ਚੁੱਕੀ ਸੀ। ਕਦੇ ਉਹ ਸਾਡੇ ਘਰ ਆ ਜਾਂਦੀ ਸੀ ਤੇ ਕਦੇ ਮੈਂ ਉਹਨਾਂ ਦੇ ਘਰ ਚਲੇ ਜਾਂਦੀ ਸੀ। ਬਸ ਉਸਦੇ ਵਿਆਹ ਉੱਤੇ ਨਹੀਂ ਜਾ ਸਕੀ। ਉਹ ਹਜੇ ਕਾਲਜ ਵਿੱਚ ਸੀ ਤੇ ਮੈਂ ਯੂਨੀਵਰਸਿਟੀ ਪਹੁੰਚ ਚੁੱਕੀ ਸੀ ਪਰ ਫਿਰ ਵੀ ਮੈਂ ਉਸਦੇ ਘਰ ਚਲੇ ਜਾਂਦੀ ਸੀ। ਮੇਰੀ ਮਾਂ ਨੇ ਵੀ ਮੈਨੂੰ ਆਗਿਆ ਦੇ ਦਿੱਤੀ ਸੀ। ਮੈਂ ਆਪਣੀ ਮਾਂ ਦਾ ਸੁਪਨਾ ਪੂਰਾ ਕਰਨ ਦੇ ਬਹੁਤ ਕਰੀਬ ਸੀ। ਮੇਰੀ ਸਹੇਲੀ ਮੇਰੇ ਤੋਂ 1 ਸਾਲ ਪਿੱਛੇ ਸੀ ਪਰ ਸਾਡੀ ਦੋਸਤੀ ਵਿੱਚ ਕੋਈ ਫਰਕ ਨਹੀਂ ਪਿਆ ਸੀ। ਇੱਕ ਦਿਨ ਮੈਂ ਉਸਦੇ ਘਰ ਗਈ ਤਾਂ ਅਚਾਨਕ ਉਹ ਆਪਣੇ ਲਈ ਵੀ ਉਵੇਂ ਹੀ ਜੂਸ ਲੈ ਆਈ ਸੀ ਤਾਂ ਮੈਂ ਸ਼ਰਾਰਤ ਕਰਦੇ ਹੋਏ ਦੋਵੇਂ ਜੂਸ ਦੇ ਗਲਾਸ ਬਦਲ ਦਿੱਤੇ। ਜਦੋਂ ਉਹ ਫੋਨ ਸੁਣ ਕੇ ਵਾਪਸ ਆਈ ਤਾਂ ਜੂਸ ਦੇ ਗਲਾਸ ਨੂੰ ਚੁੱਕ ਕੇ ਇੱਕ ਹੀ ਘੁੱਟ ਵਿੱਚ ਪੀ ਗਈ। ਮੈਨੂੰ ਤਾਂ ਝਟਕਾ ਲੱਗਿਆ ਜਦੋਂ
ਉਹ ਅਚਾਨਕ ਹੀ ਤੜਫਣ ਲੱਗੀ। ਮੈਨੂੰ ਕੁਝ ਵੀ ਸਮਝ ਨਹੀਂ ਆਇਆ। ਮੈਂ ਕਮਰੇ ਤੋਂ ਬਾਹਰ ਭੱਜੀ। ਜਦੋਂ ਪੌੜੀਆਂ ਉਤਰੀ ਮੈਂ ਉਸ ਇਨਸਾਨ ਨਾਲ ਟਕਰਾ ਗਈ ਜਿਸ ਨਾਲ ਮੈਂ ਬਹੁਤ ਨਫ਼ਰਤ ਕਰਦੀ ਸੀ ਅਤੇ ਮੈਂ ਉਸ ਦਾ ਨਾਮ ਵੀ ਸੁਣਨਾ ਨਹੀਂ ਚਾਹੁੰਦੀ ਸੀ। ਉਹ ਮੇਰੀ ਸਹੇਲੀ ਦਾ ਪਤੀ ਅਮਿਤ ਸੀ। ਉਸਨੇ ਮੈਨੂੰ ਘਬਰਾਇਆ ਹੋਇਆ ਦੇਖਿਆ ਤਾਂ ਪੁੱਛਿਆ, ਸੁਮਨ ਸਭ ਠੀਕ ਤਾਂ ਹੈ? ਮੈਨੂੰ ਉਸ ਸਮੇਂ ਆਪਣੀ ਸਹੇਲੀ ਦੀ ਚਿੰਤਾ ਸੀ ਤਾਂ ਮੈਂ ਕਮਰੇ ਦੀ ਤਰਫ ਇਸ਼ਾਰਾ ਕੀਤਾ। ਜਿਵੇਂ ਹੀ ਅਸੀਂ ਕਮਰੇ ਵਿੱਚ ਵਾਪਸ ਆਏ ਤਾਂ ਉਹ ਤੜਫ ਰਹੀ ਸੀ। ਉਸਦਾ ਪਤੀ ਉਸ ਨੂੰ ਲੈ ਕੇ ਹਸਪਤਾਲ ਭੱਜਿਆ ਅਤੇ ਪਤਾ ਨਹੀਂ ਕਿਉਂ ਮੇਰੀ ਸਹੇਲੀ ਦੇ ਪਤੀ ਦੇ ਚਿਹਰੇ ਉੱਤੇ ਚਿੰਤਾ ਜਾਂ ਤਕਲੀਫ ਦੇ ਕੋਈ ਚਿੰਨ੍ਹ ਨਜ਼ਰ ਨਹੀਂ ਆ ਰਹੇ ਸੀ। ਡਾਕਟਰ ਨੇ ਦੱਸਿਆ ਕਿ ਇਹਨਾਂ ਨੇ ਕੋਈ ਦਵਾਈ ਓਵਰਡੋਜ਼ ਲੈ ਲਈ ਹੈ ਪਰ ਹੁਣ ਉਹ ਖਤਰੇ ਤੋਂ ਬਾਹਰ ਹੈ। ਉਸ ਦੇ ਮਾਂ-ਬਾਪ ਸਭ ਆ ਗਏ। ਮੈਨੂੰ ਬਹੁਤ ਡਰ ਲੱਗ ਰਿਹਾ ਸੀ ਕਿ ਕਿਤੇ ਮੇਰਾ ਨਾਮ ਨਾ ਲੱਗ ਜਾਵੇ। ਹੈਰਾਨੀ ਇਹ ਸੀ ਕਿ ਉਹ ਜੂਸ ਵਿੱਚ ਅਜਿਹਾ ਕੀ ਮਿਲਿਆ ਹੋਇਆ ਸੀ ਇਸ ਨਾਲ ਉਸ ਦੀ ਹਾਲਤ ਅਜਿਹੀ ਹੋ ਗਈ ਸੀ। ਪੁਲਿਸ ਨੇ ਛਾਣਬੀਣ ਕੀਤੀ ਅਤੇ ਘਰ ਵਿੱਚ ਮੌਜੂਦ ਨੌਕਰਾਣੀ ਨੂੰ ਫੜ ਲਿਆ। ਨੌਕਰ ਨੇ ਦੋ ਸੱਚ ਦੱਸਿਆ। ਉਹ ਸੁਣ ਕੇ ਸਭ ਆਪਣੀ ਆਪਣੀ ਜਗ੍ਹਾ ਜੰਮ ਚੁੱਕੇ ਸੀ। ਕੋਈ ਵੀ ਹਿੱਲ ਨਹੀਂ ਪਾ ਰਿਹਾ ਸੀ। ਨੌਕਰਾਣੀ ਨੇ ਦੱਸਿਆ, ਜਦੋਂ ਅੱਜ ਤੋਂ 2 ਸਾਲ ਪਹਿਲਾਂ ਅਮਿਤ ਭਾਈ ਸੁਮਨ ਦੀਦੀ ਦਾ ਪਿੱਛਾ ਕਰਨ ਲੱਗੇ ਸੀ ਅਤੇ ਉਸ ਨਾਲ ਮੁਹੱਬਤ ਕਰਦੇ ਸੀ। ਉਹਨਾਂ ਦੀ ਉਹ ਗੱਲਬਾਤ ਵੀ ਹੋਣ ਲੱਗੀ ਸੀ ਅਤੇ ਉਹ ਜਲਦੀ ਵਿਆਹ ਕਰਨ ਵਾਲੇ ਸੀ। ਜਿਸ ਦਿਨ ਅਮਿਤ ਭਾਈ ਨੇ ਆਪਣੇ ਘਰ ਵਾਲਿਆਂ ਨੂੰ ਸੁਮਨ ਦੀਦੀ ਦੇ ਘਰ ਭੇਜਣਾ ਸੀ, ਉਦੋਂ ਸਿਮਰਨ ਦੀਦੀ ਨੇ ਅਮਿਤ ਭਾਈ ਨੂੰ ਮੇਰੇ ਹੱਥੋਂ ਇਹ ਸੰਦੇਸ਼ ਭੇਜਿਆ ਸੀ ਕਿ ਸੁਮਨ ਦੀਦੀ ਉਹਨਾਂ ਨਾਲ ਕੁਝ ਗੱਲ ਕਰਨੀ ਚਾਹੁੰਦੀ ਹੈ ਪਰ ਸਭ ਦੇ ਸਾਹਮਣੇ ਗੱਲ ਨਹੀਂ ਕਰ ਸਕਦੀ। ਇਸ ਲਈ ਰਾਤ ਦੇ 11 ਵਜੇ ਸਿਮਰਨ ਦੀਦੀ ਦੇ ਕਮਰੇ ਵਿੱਚ ਆ ਜਾਣਾ। ਅਮਿਤ ਭਾਈ ਕੁਝ ਨਹੀਂ ਜਾਣਦੇ ਸੀ। ਮੈਂ ਉਹਨਾਂ ਨੂੰ ਰਾਤ ਨੂੰ ਦੀਦੀ ਦੇ ਕਮਰੇ ਵਿੱਚ ਛੱਡ ਆਈ। ਸਿਮਰਨ ਦੀਦੀ ਨੇ ਅਮਿਤ ਭਾਈ ਦੇ ਲਈ ਜੂਸ ਬਣਾ ਕੇ ਰੱਖਿਆ ਸੀ। ਜਿਵੇਂ ਉਸਨੇ ਜੂਸ ਪੀਤਾ, ਜੂਸ ਪੀਂਦੇ ਹੀ ਉਹ ਸਿਮਰ ਦੇ ਕਮਰੇ ਵਿੱਚ ਸੌਂ ਗਈ ਅਤੇ ਇਹ ਸਵੇਰ ਜਦੋਂ ਉਹਨਾਂ ਦੀ ਅੱਖ ਖੁੱਲ੍ਹੀ ਤਾਂ ਸਿਮਰ ਦੀਦੀ ਦੀਵਾਰ ਨਾਲ ਲੱਗੀ ਰੋ ਰਹੀ ਸੀ। ਅਮਿਤ ਭਾਈ ਕੁਝ ਨਹੀਂ ਸਮਝੇ ਅਤੇ ਹੜਬੜਾਹਟ ਵਿੱਚ ਆਪਣੇ ਘਰ ਜਾਣ ਲੱਗੇ। ਜਿਵੇਂ ਹੀ ਉੱਠ ਕੇ ਉਹ ਹੜਬੜਾਹਟ ਵਿੱਚ ਜਾਣ ਲੱਗੇ ਤਾਂ ਸਿਮਰਨ ਨੇ ਕਿਹਾ ਕਿ ਤੂੰ ਰਾਤ ਨੂੰ ਮੈਨੂੰ ਆਪਣੀ ਹਵਸ ਦਾ ਨਿਸ਼ਾਨਾ ਬਣਾ ਚੁੱਕਿਆ ਅਤੇ ਫਿਰ ਉਸਨੇ ਸ਼ੋਰ ਮਚਾ ਦਿੱਤਾ ਅਤੇ ਉਦੋਂ ਹੀ ਸਿਮਰਨ ਦੀਦੀ ਦੇ ਘਰ ਵਾਲੇ ਨੇ ਅਮਿਤ ਭਾਈ ਉੱਤੇ ਕੇਸ ਕਰਨ ਨੂੰ ਕਿਹਾ ਅਤੇ ਉਹਨਾਂ ਨੇ ਘਰ ਵਾਲਿਆਂ ਨੂੰ ਬੁਲਾ ਲਿਆ। ਸਭ ਦੇ ਸਾਹਮਣੇ ਮੇਰੇ ਤੋਂ ਗਵਾਹੀ ਲਈ ਮੈਂ ਝੂਠੀ ਗਵਾਹੀ ਦੇ ਦਿੱਤੀ ਸੀ ਕਿ ਅਮਿਤ ਭਾਈ ਖੁਦ ਕਮਰੇ ਵਿੱਚ ਗਏ ਅਤੇ ਦਰਵਾਜ਼ਾ ਬੰਦ ਕਰ ਲਿਆ। ਮੈਂ ਦਰਵਾਜ਼ਾ ਖੜਕਾਉਂਦੀ ਰਹੀ ਪਰ ਸਿਮਰਨ ਬੀਬੀ ਦੇ ਚੀਕਣ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ। ਸੱਚਾਈ ਕੋਈ ਵੀ ਨਹੀਂ ਜਾਣਦਾ ਸੀ ਕਿ ਇਹ ਸਭ ਸਿਮਰਨ ਦੀਦੀ ਨੇ ਸੁਮਨ ਅਤੇ ਅਮਿਤ ਭਾਈ ਨੂੰ ਅਲੱਗ ਕਰਨ ਦਾ ਪਲਾਨ ਬਣਾਇਆ ਸੀ। ਸਿਮਰਨ ਦੀ ਜੋ ਸੁਮਨ ਦੀਦੀ ਦੀ ਕਾਮਯਾਬੀ ਸਹਿਣ ਨਹੀਂ ਹੋਈ। ਦਿਨ ਰਾਤ ਉਹ ਈਰਖਾ ਦੀ ਅੱਗ ਵਿੱਚ ਜਲਦੀ ਰਹਿੰਦੀ ਸੀ। ਮੇਰੇ ਤੋਂ ਜੂਸ ਵਿੱਚ ਦਵਾਈ ਮਿਕਸ ਕਰਵਾਉਂਦੀ ਸੀ ਜਿਸ ਨਾਲ ਸੁਮਨ ਦੀਦੀ ਬਿਮਾਰ ਰਹਿਣ ਲੱਗੇ ਪਰ ਮੈਂ ਕੋਈ ਦਵਾਈ ਮਿਕਸ ਨਹੀਂ ਕੀਤੀ ਸੀ ਕਿਉਂਕਿ ਮੇਰੀ ਬੇਟੀ ਦਾ ਨਾਮ ਵੀ ਸੁਮਨ ਹੈ। ਮੈਂ ਬਹੁਤ ਡਰ ਗਈ ਸੀ। ਕੱਲ੍ਹ ਜਦੋਂ ਸਿਮਰਨ ਦੀਦੀ ਨੇ ਮੈਨੂੰ ਜੂਸ ਵਿੱਚ ਦਵਾਈ ਮਿਕਸ ਕਰਨ ਨੂੰ ਕਿਹਾ, ਮੈਂ ਅਜੇ ਦਵਾਈ ਮਿਕਸ ਨਹੀਂ ਕੀਤੀ ਸੀ। ਅਜੇ ਮੈਂ ਦਵਾਈ ਨੂੰ ਮੁੱਠੀ ਵਿੱਚ ਫੜ ਕੇ ਖੜੀ ਹੋਈ ਸੀ। ਉਦੋਂ ਹੀ ਸਿਮਰਨ ਦੀ ਦੀਦੀ ਆ ਗਈ ਅਤੇ ਕਹਿਣ ਲੱਗੀ ਕਿ ਤੂੰ ਅਜੇ ਤੱਕ ਦਵਾਈ ਮਿਕਸ ਨਹੀਂ ਕੀਤੀ, ਲਿਆ ਮੈਨੂੰ ਦੇ, ਮੈਂ ਖੁਦ ਹੀ ਮਿਕਸ ਕਰ ਲੈਂਦੀ ਹਾਂ। ਐਵੇਂ ਕਹਿ ਕੇ ਮੇਰੇ ਹੱਥੋਂ ਜੇ ਦਵਾਈ ਲੈ ਲਈ ਅਤੇ ਫਿਰ ਉਹ ਸੁਮਨ ਦੀਦੀ ਦੇ ਗਲਾਸ ਵਿੱਚ ਕਾਫੀ ਸਾਰੀ ਦਵਾਈ ਪਾ ਦਿੱਤੀ। ਫਿਰ ਪਤਾ ਨਹੀਂ ਕਿਵੇਂ ਸੁਮਨ ਦੀਦੀ ਦਾ ਜੂਸ ਸਿਮਰਨ ਦੀਦੀ ਨੇ ਪੀ ਲਿਆ। ਫਿਰ ਉਹਨਾਂ ਹੀ ਇਹ ਹਾਲਤ ਹੋ ਗਈ। ਮੈਂ ਸਿਮਰਨ ਦੀਦੀ ਦੇ ਹਰ ਰਾਜ ਦੀ ਜਾਣਕਾਰੀ ਹਾਂ। ਉਹ ਮੇਰੇ ਤੋਂ ਪਾਪ ਕਰਵਾਉਂਦੀ ਰਹੀ। ਜਦੋਂ ਉਹਨਾਂ ਦੇ ਵਿਆਹ ਨੂੰ ਕਾਫੀ ਸਮਾਂ ਹੋ ਗਿਆ ਤਾਂ ਉਹ ਫੋਨ ਉੱਤੇ ਕਿਸੇ ਨਾਲ ਗੱਲ ਕਰ ਰਹੀ ਸੀ। ਉਹ ਕਿਸੇ ਨੂੰ ਕਹਿ ਰਹੀ ਸੀ ਕਿ ਮੈਂ ਨਾ ਜਾਣੇ ਕਿੰਨੇ ਪਾਪੜ ਵੇਲੇ ਤਾਂ ਜਾ ਕੇ ਅਮਿਤ ਨਾਲ ਵਿਆਹ ਹੋਇਆ। ਅਮਿਤ ਮੇਰੇ ਤੋਂ ਦੂਰ ਦੂਰ ਰਹਿੰਦਾ। ਉਹ ਮੇਰੇ ਨਾਲ ਸ਼ਾਇਦ ਮੁਹੱਬਤ ਕਰਦਾ ਨਹੀਂ। ਉਸ ਦੇ ਦਿਲ ਵਿੱਚ ਤਾਂ ਸ਼ਾਇਦ ਹੁਣ ਸੁਮਨ ਹੀ ਬਸੀ ਹੋਈ ਹੈ। ਨੌਕਰਾਣੀ ਇਹ ਸਭ ਗੱਲਾਂ ਦੱਸ ਕੇ ਮਾਫੀ ਮੰਗ ਰਹੀ ਸੀ। ਮੈਂ ਰੋਂਦੀ ਹੋਈ ਉੱਥੋਂ ਭੱਜ ਗਈ। ਮੇਰੀ ਸਹੇਲੀ ਜਿਸ ਦੇ ਨਾਲ ਮੈਂ ਬਹੁਤ ਹੀ ਸੱਚਾਈ ਨਾਲ ਦੋਸਤੀ ਨਿਭਾ ਰਹੀ ਸੀ, ਉਸ ਤੋਂ ਇਲਾਵਾ ਕਿਸੇ ਨਾਲ ਦੋਸਤੀ ਨਹੀਂ ਕੀਤੀ। ਉਹ ਮੇਰੀ ਆਸਤੀਨ ਦਾ ਸੱਪ ਨਿਕਲੀ। ਜੇ ਉਹ ਮੈਨੂੰ ਇੱਕ ਵਾਰ ਕਹਿ ਦਿੰਦੀ ਕਿ ਸੁਮਨ ਮੈਂ ਅਮਿਤ ਨਾਲ ਵਿਆਹ ਕਰਨਾ ਹੈ ਤਾਂ ਮੈਂ ਖੁਸ਼ੀ ਨਾਲ ਪਿੱਛੇ ਹਟ ਜਾਂਦੀ। ਮੈਂ ਰੋਂਦੀ ਹੋਈ ਭੱਜਦੀ ਜਾ ਰਹੀ ਸੀ। ਉਦੋਂ ਹੀ ਮੈਨੂੰ ਆਪਣੇ ਪਿੱਛੇ ਅਮਿਤ ਦੀ ਆਵਾਜ਼ ਆ ਰਹੀ ਸੀ। ਮੈਨੂੰ ਆਵਾਜ਼ ਦੇ ਰਿਹਾ ਸੀ ਪਰ ਮੈਂ ਪਾਗਲਾਂ ਦੀ ਤਰ੍ਹਾਂ ਤੇਜ਼ੀ ਨਾਲ ਭੱਜਦੀ
ਜਾ ਰਹੀ ਸੀ। ਮੈਨੂੰ ਆਪਣੀ ਮਾਂ ਦੀ ਗੱਲ ਯਾਦ ਆ ਰਹੀ ਸੀ ਕਿ ਕਦੇ ਵੀ ਕਿਸੇ ਇਨਸਾਨ ਉੱਤੇ ਹੱਦ ਤੋਂ ਜ਼ਿਆਦਾ ਭਰੋਸਾ ਨਹੀਂ ਕਰਨਾ ਚਾਹੀਦਾ। ਕਿਉਂਕਿ ਉਹ ਤੁਹਾਨੂੰ ਤੋੜ ਦੇਵੇਗਾ, ਤੁਹਾਡੇ ਨਾਲ ਖੇਡੇਗਾ। ਕੋਈ ਵੀ ਹੋਵੇ, ਉਸ ਨੂੰ ਉਸ ਦੀ ਹੱਦ ਵਿੱਚ ਹੀ ਰਹਿਣਾ ਚਾਹੀਦਾ ਹੈ। ਮੈਂ ਟੁੱਟ ਚੁੱਕੀ ਸੀ ਤੇ ਇੰਨੇ ਸਾਲਾਂ ਤੱਕ ਮੈਂ ਆਪਣੀ ਮੁਹੱਬਤ ਨੂੰ ਬੇਵਫਾ ਤੇ ਧੋਖੇਬਾਜ਼ ਥਾਮਦੀ ਰਹੀ ਤੇ ਆਪਣੀ ਦੋਸਤੀ ਉੱਤੇ ਮਾਣ ਕਰਦੀ ਸੀ। ਪਰ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਲੋਕ ਮੇਰੀ ਸਾਦਗੀ, ਮੇਰੀ ਸੱਚਾਈ ਦਾ ਫਾਇਦਾ ਉਠਾ ਰਹੇ ਨੇ। ਅਮਿਤ ਭੱਜਦਾ ਹੋਇਆ ਮੇਰੇ ਕੋਲ ਆ ਚੁੱਕਿਆ ਸੀ ਤੇ ਮੇਰਾ ਰਸਤਾ ਰੋਕ ਰੱਖਿਆ ਸੀ। ਅਮਿਤ ਨੇ ਮੈਨੂੰ ਕਿਹਾ ਕਿ ਸੁਮਨ, ਮੇਰੀ ਮੁਹੱਬਤ ਝੂਠੀ ਨਹੀਂ ਸੀ, ਪਰ ਤੂੰ ਆਪਣੀ ਸਹੇਲੀ ਦਾ ਵਿਸ਼ਵਾਸ ਕੀਤਾ ਤੇ ਮੈਨੂੰ ਛੱਡ ਦਿੱਤਾ ਤੇ ਮੈਂ ਅੱਜ ਵੀ ਤੈਨੂੰ ਹੀ ਮੁਹੱਬਤ ਕਰਦਾ ਹਾਂ ਤੇ ਜ਼ਿੰਦਗੀ ਦੇ ਆਖਰੀ ਸਾਹ ਤੱਕ ਤੇਰਾ ਇੰਤਜ਼ਾਰ ਕਰਦਾ ਰਹਾਂਗਾ। ਮੇਰੀਆਂ ਅੱਖਾਂ ਵਿੱਚ ਹੰਝੂ ਭਰ ਆਏ। ਮੈਂ ਕਿਹਾ, ਅਮਿਤ, ਤੈਨੂੰ ਜ਼ਿੰਦਗੀ ਦੇ ਆਖਰੀ ਸਾਹ ਤੱਕ ਤੇਰਾ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ ਹੈ। ਤੇਰਾ ਇੰਤਜ਼ਾਰ ਅੱਜ ਇੱਥੇ ਹੀ ਖਤਮ ਹੁੰਦਾ ਹੈ। ਮੈਂ ਅਮਿਤ ਦੇ ਹੱਥ ਨੂੰ ਫੜ ਲਿਆ। ਅਮਿਤ ਨੂੰ ਮੇਰੀ ਗੱਲ ਉੱਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਉਸ ਨੇ ਕੱਸ ਕੇ ਮੈਨੂੰ ਸੀਨੇ ਨਾਲ ਲਾ ਲਿਆ। ਮੈਂ ਵੀ ਉਸ ਦੀਆਂ ਬਾਹਾਂ ਵਿੱਚ ਸਿਮਟ ਗਈ। ਅਮਿਤ ਦੀਆਂ ਬਾਹਾਂ ਵਿੱਚ ਜਾਂਦੇ ਹੀ ਮੈਂ ਸਾਰੇ ਦੁੱਖ, ਸਾਰੀ ਤਕਲੀਫ ਆਪਣੇ ਦੋਸਤ ਦਾ ਦਿੱਤਾ ਹੋਇਆ ਇੰਨਾ ਵੱਡਾ ਧੋਖਾ, ਮੈਨੂੰ ਸਭ ਕੁਝ ਭੁੱਲ ਚੁੱਕਿਆ ਸੀ। ਅਮਿਤ ਨੇ ਸਿਮਰਨ ਨੂੰ ਤਲਾਕ ਦੇ ਦਿੱਤਾ। ਸਭ ਲੋਕ ਸੱਚਾਈ ਜਾਣ ਚੁੱਕੇ ਸੀ, ਇਸ ਲਈ ਕਿਸੇ ਨੇ ਕੁਝ ਨਹੀਂ ਕਿਹਾ ਤੇ ਫਿਰ ਮੇਰੇ ਤੇ ਅਮਿਤ ਦਾ ਵਿਆਹ ਹੋ ਗਿਆ। ਮੈਂ ਆਪਣੀ ਮਾਂ ਦਾ ਹਰ ਸੁਪਨਾ ਪੂਰਾ ਕਰ ਦਿੱਤਾ ਤੇ ਮੈਂ ਇੱਕ ਬਹੁਤ ਹੀ ਚੰਗੀ ਕਾਬਲ ਡਾਕਟਰ ਬਣ ਗਈ ਸੀ। ਪਰ ਦੋਸਤੀ ਦੇ ਨਾਮ ਉੱਤੇ ਜੋ ਖੋਲ ਮੇਰੇ ਨਾਲ ਖੇਲਿਆ ਗਿਆ ਸੀ, ਮੈਨੂੰ ਹੁਣ ਦੋਸਤੀ ਦੇ ਸ਼ਬਦ ਤੋਂ ਵੀ ਨਫ਼ਰਤ ਹੋ ਗਈ ਸੀ। ਮੇਰੀ ਮਾਂ ਕਹਿੰਦੀ ਸੀ ਕਿ ਦੋਸਤੀ ਬਹੁਤ ਹੀ ਖੂਬਸੂਰਤ ਰਿਸ਼ਤਾ ਹੈ। ਕਿਸੇ ਇੱਕ ਇਨਸਾਨ ਨਾਲ ਕਦੇ ਗਲਤ ਹੋਣ ਨਾਲ ਹੋਰ ਇਨਸਾਨ ਗਲਤ ਨਹੀਂ ਹੁੰਦੇ। ਹਮੇਸ਼ਾ ਅੱਗੇ ਵਧਦੇ ਰਹਿਣਾ ਚਾਹੀਦਾ। ਜ਼ਿੰਦਗੀ ਵਿੱਚ ਨਵੇਂ ਆਉਣ ਵਾਲੇ ਰਿਸ਼ਤਿਆਂ ਦਾ ਵੈਲਕਮ ਕਰਨਾ ਚਾਹੀਦਾ ਹੈ। ਸੋ ਇਹ ਸੀ ਸਾਡੀ ਅੱਜ ਦੀ ਕਹਾਣੀ ਨੂੰ ਪੂਰਾ ਸੁਣਨ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਚੈਨਲ 'ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲੋ। ਮਿਲਦੇ ਹਾਂ ਨਵੀਂ ਵੀਡੀਓ ਵਿੱਚ। ਨਮਸਕਾਰ।